बगैर यीशु ना मेरी पनाह। आया हाँ कौन तेरे बख्शी गुनाह। मेरी है आस तेरे ओते खुदाया, जीवन नवा मैं तेथों पावड़ हाया। मेरी है आस तेरे ओते खुदाया, जीवन नवा मैं तेथों पावड़ हाया। पापा च जिंद उन्नी जाती है बना। आया हाँ कौन तेरे बख्शी गुनाह। तेथों बगैर यीशु ना मेरी पनाह। आया हाँ कौन तेरे बख्शी गुनाह। बाप ਅਤੇ ਬੇਟੇ ਅਤੇ ਰੂਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਦੇ ਵਿੱਚ ਪਿਆਰੇ ਭਰਾਓ ਅਤੇ ਭੈਣੋ, ਸੰਤ ਪੌਲੁਸ ਦਾ ਰੋਮੀਆਂ ਦੇ ਨਾਮ ਪੱਤਰ ਉਹਦਾ 8 ਬਾਬ ਉਹਦੀ ਪਹਿਲੀ ਆਇਤ ਵਿੱਚ ਵਚਨ ਇਸ ਤਰ੍ਹਾਂ ਕਹਿੰਦਾ ਹੈ, ਇਸ ਕਰਕੇ ਉਹਨਾਂ ਲਈ ਜੋ ਮਸੀਹ ਯੀਸ਼ੂ ਵਿੱਚ ਹਨ ਹੁਣ ਸਜ਼ਾ ਦੀ ਕੋਈ ਆਗਿਆ ਨਹੀਂ ਹੈ, ਕਿਉਂਕਿ ਯੀਸ਼ੂ ਮਸੀਹ ਵਿੱਚ ਜੀਵਨ ਵਾਲੇ ਰੂਹ ਦੇ ਵਿਧਾਨ ਨੇ ਸਾਨੂੰ ਪਾਪ ਅਤੇ ਮੌਤ ਦੇ ਵਿਧਾਨ ਤੋਂ ਆਜ਼ਾਦ ਕਰ ਦਿੱਤਾ ਹੈ। ਮਸੀਹ ਵਿੱਚ ਪਿਆਰੇ ਭਰਾਓ ਅਤੇ ਭੈਣੋ, ਪ੍ਰਭੂ ਯੀਸ਼ੂ ਮਸੀਹ ਨੇ ਇਸ ਧਰਤੀ ਉੱਤੇ ਰਹਿੰਦੇ ਹੋਇਆ ਸਾਡੇ ਅੱਖਾਂ ਦੇ ਸਾਹਮਣੇ ਇੱਕ ਬਹੁਤ ਅਨੋਖਾ ਕੰਮ ਕੀਤਾ। ਯੀਸ਼ੂ ਮਸੀਹ ਨੇ ਪੁਰਾਣੇ ਨੇਮ ਦੇ ਨਿਸ਼ਾਨਾਂ ਨੂੰ ਲੈ ਕੇ ਉਹਨਾਂ ਨੂੰ ਨਵੇਂ ਨੇਮ ਦੇ ਅਤੇ ਸਦੀਵੀ ਨੇਮ ਦੇ ਸਾਕਰਮੈਂਟ ਬਣਾ ਦਿੱਤਾ। ਅਸੀਂ ਜਾਣਦੇ ਹਾਂ ਆਖਰੀ ਭੋਜਨ ਦੇ ਸਮੇਂ ਯੀਸ਼ੂ ਨੇ ਆਪਣੇ ਹੱਥਾਂ ਵਿੱਚ ਰੋਟੀ ਲਈ ਅਤੇ ਕਿਹਾ, ਇਹ ਮੇਰਾ ਸਰੀਰ ਹੈ। ਆਪਣੇ ਹੱਥਾਂ ਵਿੱਚ ਪਿਆਲਾ ਲਿਆ ਅਤੇ ਕਿਹਾ, ਇਹ ਮੇਰਾ ਲਹੂ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ। ਅਤੇ ਕਲੀਸਿਆ ਨੂੰ ਇਹ ਆਗਿਆ ਦੇ ਦਿੱਤੀ, ਤੁਸੀਂ ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਉਹ ਸਭ ਮੂਸਾ ਦੇ ਦੁਆਰਾ ਆਖਿਆ ਗਿਆ ਸੀ। ਯੀਸ਼ੂ ਨੇ ਉਹਨਾਂ ਸਭ ਪੁਰਾਣੇ ਨੇਮ ਦੇ ਨਿਸ਼ਾਨਾਂ ਨੂੰ ਲਿਆ ਅਤੇ ਕਲੀਸਿਆ ਦੇ ਲਈ ਨਵੇਂ ਨੇਮ ਅਤੇ ਸਦੀਵੀ ਨੇਮ ਦੇ ਸਾਕਰਾਮੈਂਟ ਵਿੱਚ ਬਦਲ ਦਿੱਤਾ, ਤਾਂ ਜੋ ਅਸੀਂ ਜਿਉਂਦਿਆਂ ਖੁਦਾ ਨੂੰ ਛੂਹ ਸਕੀਏ। ਅੱਜ ਵੀ ਜਦੋਂ ਅਸੀਂ ਪਾਕ ਮਾਸ ਦੀ ਕੁਰਬਾਨੀ ਮਨਾਉਂਦੇ ਹਾਂ, ਇਸ ਪਾਕ ਰੋਟੀ ਵਿੱਚੋਂ, ਇਸ ਪਾਕ ਪਿਆਲੇ ਵਿੱਚੋਂ ਅਸੀਂ ਜੀ ਉੱਠੇ ਮਸੀਹ ਦੇ ਸਰੀਰ ਨੂੰ ਛੂਹ ਲੈਂਦੇ ਹਾਂ, ਜੋ ਆਪਣੇ ਜੀ ਉੱਠਣ ਤੋਂ ਬਾਅਦ ਚੇਲਿਆਂ ਅੱਗੇ ਪ੍ਰਗਟ ਹੁੰਦਾ ਹੈ ਅਤੇ ਥੋਮਾ ਨੂੰ ਇਹ ਕਹਿੰਦਾ ਹੈ, ਤੂੰ ਮੇਰੇ ਨੇੜੇ ਆ ਅਤੇ ਮੇਰੇ ਜ਼ਖਮਾਂ ਨੂੰ ਛੂਹ ਲੈ। ਅਸੀਂ ਇਸ ਨਵੇਂ ਨੇਮ ਦੇ ਸਾਕਰਾਮੈਂਟਾਂ ਨੂੰ ਛੂਹਣ ਦੇ ਲਈ, ਉਹਨਾਂ ਤੋਂ ਆਪਣੀ ਜ਼ਿੰਦਗੀ ਦੇ ਲਈ ਬਰਕਤ ਹਾਸਿਲ ਕਰਨ ਦੇ ਲਈ, ਸਜ਼ਾ ਤੋਂ ਮੁਕਤ ਰਹਿਣ ਦੇ ਲਈ, ਆਓ ਅਸੀਂ ਆਪਣੇ ਆਪ ਨੂੰ ਇਸ ਪਾਕ ਮਾਸ ਦੀ ਕੁਰਬਾਨੀ ਦੇ ਲਈ ਤਿਆਰ ਕਰੀਏ। ਆਪਣੇ ਮਨ ਦੇ ਵਿਚਾਰਾਂ ਦੇ ਵਿੱਚ ਅਸੀਂ ਸੋਚੀਏ ਕਿ ਕਿਵੇਂ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ, ਆਪਣੀ ਅਣਗਹਿਲੀ ਦੇ ਨਾਲ ਪਰਮੇਸ਼ਰ ਦੇ ਵਿਰੁੱਧ ਪਾਪ ਕੀਤਾ ਹੈ। ਉਹਨਾਂ ਸਭ ਮੌਕਿਆਂ ਨੂੰ ਯਾਦ ਕਰਦੇ ਹੋਏ ਆਓ ਅਸੀਂ ਆਪਣੇ ਗੁਨਾਹਾਂ ਨੂੰ ਯਾਦ ਕਰਾਂਗੇ ਅਤੇ ਮਾਫੀ ਮੰਗਾਂਗੇ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਮੈਂ ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੀ ਬਹੁਤ ਵੱਡੀ ਦੋਸ਼ ਦੇ ਨਾਲ, ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ
ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਪਾਸਕਾ ਦੇ ਇਨ੍ਹਾਂ ਦਿਨਾਂ ਦੇ ਦੌਰਾਨ ਤੂੰ ਆਪਣੇ ਪਿਆਰ ਦੀ ਮਹਾਨਤਾ ਨੂੰ ਸਾਡੇ ਉੱਤੇ ਜ਼ਾਹਿਰ ਕੀਤਾ ਹੈ। ਬਖਸ਼ ਦੇ ਕਿ ਤੇਰੇ ਮਿਹਰ ਭਰੇ ਪਿਆਰ ਨੂੰ ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰ ਸਕੀਏ, ਤਾਂ ਜੋ ਹਰ ਗਲਤੀ ਤੋਂ ਮੁਕਤ ਹੋ ਕੇ ਅਸੀਂ ਹੋਰ ਮਜ਼ਬੂਤੀ ਨਾਲ ਤੇਰੀ ਸੱਚਾਈ ਦੀ ਸਿੱਖਿਆ ਉੱਤੇ ਅਮਲ ਕਰ ਸਕੀਏ। ਸਾਡੇ ਪ੍ਰਭੂ ਯੀਸ਼ੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਯੀਸ਼ੂ ਮਸੀਹ ਦੇ ਤਰੀ ਸ਼ਬਦਾਂ ਨੂੰ ਸ਼ਬਦ ਐਲਾਨ ਕਰਨ ਦਾ ਫਜ਼ਲ ਦੇਵੇ, ਬਾਪ ਅਤੇ ਬੇਟੇ ਅਤੇ ਰੂਪਾਕ ਦੇ ਨਾਮ ਉੱਤੇ। ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 8 ਬਾਬ 26 ਤੋਂ 40 ਆਇਤ ਤੱਕ। ਪ੍ਰਭੂ ਦੇ ਇੱਕ ਫਰਿਸ਼ਤੇ ਨੇ ਫਿਲਿਪ ਨੂੰ ਕਿਹਾ, ਉੱਠ ਅਤੇ ਯਰੂਸ਼ਲਮ ਤੋਂ ਗਾਜ਼ਾ ਜਾਣ ਵਾਲੀ ਸੜਕ ਉੱਤੇ ਦੱਖਣ ਵੱਲ ਜਾ। ਇਹ ਸੜਕ ਵੀਰਾਨ ਹੈ। ਉਹ ਉੱਠ ਕੇ ਚੱਲ ਪਿਆ। ਉਸ ਸਮੇਂ ਇਥੋਪੀਆ ਦਾ ਇੱਕ ਖਵਾਜਾ ਸਰਾ ਆਰਾਧਨਾ ਕਰਨ ਦੇ ਬਾਅਦ ਵਾਪਸ ਜਾ ਰਿਹਾ ਸੀ। ਉਹ ਯਰੂਸ਼ਲਮ ਵਿੱਚ ਆਰਾਧਨਾ ਕਰਨ ਲਈ ਆਇਆ ਸੀ। ਉਹ ਇਥੋਪੀਆ ਦੀ ਮਹਾਰਾਣੀ ਕੰਦਾਕ ਦਾ ਉੱਚ ਅਧਿਕਾਰੀ ਸੀ ਅਤੇ ਉਸਦੇ ਸਭ ਖਜ਼ਾਨੇ ਦਾ ਜ਼ਿੰਮੇਵਾਰ ਵੀ। ਉਹ ਆਪਣੇ ਰੱਥ ਵਿੱਚ ਬੈਠਾ ਹੋਇਆ ਨਬੀ ਯਸ਼ਾਇਆ ਦੀਆਂ ਲਿਖਤਾਂ ਪੜ੍ਹ ਰਿਹਾ ਸੀ। ਤਦ ਰੂਹ ਨੇ ਫਿਲਿਪ ਨੂੰ ਕਿਹਾ, ਅੱਗੇ ਵਧ ਅਤੇ ਰੱਥ ਦੇ ਨਾਲ ਨਾਲ ਚੱਲ। ਇਸ ਲਈ ਫਿਲਿਪ ਦੌੜ ਕੇ ਉਸ ਕੋਲ ਪਹੁੰਚਿਆ ਅਤੇ ਉਸ ਨੂੰ ਨਬੀ ਯਸ਼ਾਇਆ ਦੀਆਂ ਲਿਖਤਾਂ ਪੜ੍ਹਦੇ ਸੁਣ ਕੇ ਉਸ ਤੋਂ ਪੁੱਛਿਆ ਕਿ ਤੁਸੀਂ ਉਹ ਸਮਝਦੇ ਹੋ ਜੋ ਪੜ੍ਹ ਰਹੇ ਹੋ? ਉਸਨੇ ਕਿਹਾ, ਜਦ ਤੱਕ ਕੋਈ ਮੈਨੂੰ ਨਾ ਸਮਝਾਵੇ ਮੈਂ ਕਿਵੇਂ ਸਮਝਾਂਗਾ। ਉਸਨੇ ਫਿਲਿਪ ਅੱਗੇ ਬੇਨਤੀ ਕੀਤੀ ਕਿ ਉਹ ਉੱਪਰ ਚੜ੍ਹ ਕੇ ਉਸ ਦੇ ਨਾਲ ਬੈਠੇ। ਉਹ ਲਿਖਤਾਂ ਦਾ ਇਹ ਹਿੱਸਾ ਪੜ੍ਹ ਰਿਹਾ ਸੀ। ਵੱਢਣ ਲਈ ਖੜੀ ਜਾਂਦੀ ਪੇੜ ਵਾਂਗ ਅਤੇ ਉਨ ਕਤਰਨ ਵਾਲੇ ਦੇ ਸਾਹਮਣੇ ਚੁੱਪ ਲੇਲੇ ਦੀ ਤਰ੍ਹਾਂ ਉਸਨੇ ਆਪਣਾ ਮੂੰਹ ਨਾ ਖੋਲਿਆ। ਉਸ ਨੂੰ ਬੇਇੱਜ਼ਤ ਹੋਣਾ ਪਿਆ ਅਤੇ ਉਸ ਨੂੰ ਇਨਸਾਫ ਨਹੀਂ ਦਿੱਤਾ ਗਿਆ। ਉਸ ਦੇ ਵੰਸ਼ ਦੀ ਚਰਚਾ ਕੌਣ ਕਰ ਸਕੇਗਾ? ਕਿਉਂ ਜੋ ਉਸ ਦਾ ਜੀਵਨ ਧਰਤੀ ਉੱਤੋਂ ਚੁੱਕ ਲਿਆ ਗਿਆ। ਖਵਾਜੇ ਸਰਾ ਨੇ ਫਿਲਿਪ ਨੂੰ ਕਿਹਾ, ਕਿਰਪਾ ਕਰਕੇ ਮੈਨੂੰ ਦੱਸੋ ਕਿ ਨਬੀ ਕਿਸ ਦੇ ਬਾਰੇ ਇਹ ਕਹਿ ਰਿਹਾ ਹੈ, ਆਪਣੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ? ਤਦ ਫਿਲਿਪ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਪਵਿੱਤਰ ਲਿਖਤਾਂ ਦੇ ਇਸ ਹਿੱਸੇ ਤੋਂ ਸ਼ੁਰੂ ਕਰਕੇ ਯਿਸੂ ਦਾ ਸ਼ੁਭ ਸਮਾਚਾਰ ਉਸ ਨੂੰ ਸੁਣਾਇਆ। ਯਾਤਰਾ ਕਰਦੇ ਕਰਦੇ ਰਾਹ ਵਿੱਚ ਜਿਵੇਂ ਉਹਨਾਂ ਨੂੰ ਕੁਝ ਪਾਣੀ ਮਿਲਿਆ ਤਾਂ ਖਵਾਜੇ ਨੇ ਕਿਹਾ, ਦੇਖ ਇੱਥੇ ਪਾਣੀ ਹੈ, ਮੇਰੇ ਬਪਤਿਸਮਾ ਲੈਣ ਵਿੱਚ ਕੀ ਰੁਕਾਵਟ ਹੈ? ਫਿਲਿਪ ਨੇ ਆਖਿਆ, ਜੇ ਤੂੰ ਆਪਣੇ ਸਾਰੇ ਦਿਲ ਨਾਲ ਈਮਾਨ ਰੱਖਦਾ ਹੈ ਤਾਂ ਤੂੰ ਲੈ ਸਕਦਾ ਹੈ। ਉਸਨੇ ਉੱਤਰ ਦਿੱਤਾ, ਮੈਂ ਈਮਾਨ ਰੱਖਦਾ ਹਾਂ ਕਿ ਯਿਸੂ ਮਸੀਹ ਖੁਦਾ ਦਾ ਬੇਟਾ ਹੈ। ਉਸਨੇ ਰੱਥ ਰੋਕਣ ਦਾ ਹੁਕਮ ਦਿੱਤਾ। ਫਿਰ ਉਹ ਦੋਵੇਂ ਫਿਲਿਪ ਅਤੇ ਖਵਾਜਾ ਸਰਾ ਪਾਣੀ ਵਿੱਚ ਉਤਰੇ ਅਤੇ ਫਿਲਿਪ ਨੇ ਉਸ ਨੂੰ ਬਪਤਿਸਮਾ ਦਿੱਤਾ। ਜਦੋਂ ਉਹ ਪਾਣੀ ਵਿੱਚੋਂ ਬਾਹਰ ਆਈ ਤਾਂ ਪ੍ਰਭੂ ਦਾ ਰੂਹ ਫਿਲਿਪ ਨੂੰ ਚੁੱਕ ਕੇ ਲੈ ਗਿਆ। ਖਵਾਜੇ ਸਰਾ ਨੇ ਉਸ ਨੂੰ ਫਿਰ ਨਹੀਂ ਦੇਖਿਆ ਅਤੇ ਉਹ ਖੁਸ਼ੀ-ਖੁਸ਼ੀ ਆਪਣੇ ਰਾਹ ਚਲਾ ਗਿਆ। ਫਿਲਿਪ ਅਜੋਸਤੁਸ ਵਿੱਚ ਆ ਨਿਕਲਿਆ ਅਤੇ ਕੈਸਰੀਆ ਪਹੁੰਚਣ ਤੱਕ ਉਹ ਉਸ ਇਲਾਕੇ ਵਿੱਚ ਦੀ
ਲੰਘਦਾ ਹੋਇਆ ਸਾਰੇ ਸ਼ਹਿਰਾਂ ਵਿੱਚ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਰਿਹਾ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। सच्चाई नाल जुड़ा मेरी आस है तेरे होते है खुदा बंद पाके खुदा मेरी आस है तेरे होते है खुदा बंद पाके खुदा। घर में अंजील सुनाएंगे प्यारे यीशु का नाम बताएंगे। घर घर में अंजील सुनाएंगे प्यारे यीशु का नाम बताएंगे। ऐसा छेड़ेंगे मिलकर तराना जाग उठेगा सारा जमाना। ऐसा छेड़ेंगे मिलकर तराना जागे उठेगा सारा जमाना। भूले भटकों को राह पर लाएंगे प्यारे यीशु का नाम बताएंगे। हर घर में अंजील सुनाएंगे प्यारे यीशु का नाम बताएंगे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा संत यूहन्ना दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਦਾ 6 ਅਧਿਆਇ 44 ਆਇਤ ਤੋਂ 51 ਆਇਤ ਤੱਕ। ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਬਾਪ ਜਿਸ ਨੇ ਮੈਨੂੰ ਘੱਲਿਆ ਹੈ ਉਸ ਨੂੰ ਖਿੱਚ ਨਾ ਲਵੇ ਅਤੇ ਮੈਂ ਉਸ ਨੂੰ ਆਖਰੀ ਦਿਨ ਜਿਉਂਦਾ ਕਰਾਂਗਾ। ਨਬੀਆਂ ਦੀਆਂ ਲਿਖਤਾਂ ਵਿੱਚ ਇਹ ਲਿਖਿਆ ਹੈ ਉਹ ਸਾਰੇ ਖੁਦਾ ਤੋਂ ਸਿੱਖਿਆ ਪਾਉਣਗੇ। ਹਰ ਕੋਈ ਜਿਸ ਨੇ ਬਾਪ ਤੋਂ ਸੁਣਿਆ ਹੈ ਅਤੇ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ। ਇਹ ਨਹੀਂ ਕਿ ਕਿਸੇ ਨੇ ਬਾਪ ਨੂੰ ਵੇਖਿਆ ਹੋਵੇ ਸਿਵਾਏ ਉਸ ਦੇ ਜੋ ਖੁਦਾ ਕੋਲੋਂ ਆਇਆ ਹੈ ਉਸਨੇ ਬਾਪ ਨੂੰ ਵੇਖਿਆ ਹੈ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਜੋ ਈਮਾਨ ਰੱਖਦਾ ਹੈ ਅਨੰਤ ਜੀਵਨ ਉਸੇ ਦਾ ਹੈ। ਜੀਵਨ ਦੀ ਰੋਟੀ ਮੈਂ ਹਾਂ। ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਉਹ ਮਰ ਗਏ। ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰਦੀ ਹੈ ਕਿ ਮਨੁੱਖ ਇਸ ਵਿੱਚੋਂ ਖਾਵੇ ਅਤੇ ਨਾ ਮਰੇ। ਜਿਉਂਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਉਤਰੀ ਹੈ। ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ
ਉਹ ਹਮੇਸ਼ਾ ਲਈ ਜਿਉਂਦਾ ਰਹੇਗਾ ਅਤੇ ਸੰਸਾਰ ਦੇ ਜੀਵਨ ਲਈ ਜੋ ਰੋਟੀ ਮੈਂ ਦੇਵਾਂਗਾ ਉਹ ਮੇਰਾ ਮਾਸ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਦੇ ਵਿੱਚ ਪਿਆਰੇ ਭਰਾਵੋ ਅਤੇ ਭੈਣੋ, ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵੱਲ ਗੌਰ ਕਰਦੇ ਹਾਂ, ਸਾਡੇ ਸਾਹਮਣੇ ਇਹ ਗੱਲ ਸਾਫ਼ ਜ਼ਾਹਿਰ ਹੁੰਦੀ ਹੈ ਕਿ ਪਵਿੱਤਰ ਬਾਈਬਲ ਦੇ ਵਿੱਚ ਪਰਮੇਸ਼ਵਰ ਨੇ ਬਹੁਤ ਸਾਰੀਆਂ ਸੱਚਾਈਆਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਪਰ ਇਹ ਜੋ ਸੱਚਾਈਆਂ ਅਸੀਂ ਪਵਿੱਤਰ ਵਚਨ ਦੇ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਕਈ ਵਾਰੀ ਇਹ ਸਾਡੇ ਮਨੁੱਖੀ ਮਨ ਦੀ ਸਮਝ ਤੋਂ ਬਹੁਤ ਪਰੇ ਹੁੰਦੀਆਂ ਹਨ। ਇਹੀ ਕਾਰਨ ਹੈ ਅਸੀਂ ਯਸ਼ਾਇਆ ਨਬੀ ਦੀ ਪੁਸਤਕ ਉਹਦਾ 55 ਬਾਬ ਉਹਦੀ 8 ਅਤੇ 9 ਆਇਤ ਵਿੱਚ ਇਹ ਸੁਣਦੇ ਹਾਂ। ਪਰਮੇਸ਼ਵਰ ਕਹਿੰਦਾ ਹੈ, ਮੇਰੇ ਵਿਚਾਰ ਤੁਹਾਡੇ ਤੋਂ ਉੱਚੇ ਹਨ, ਮੇਰੇ ਰਾਹ ਤੁਹਾਡੇ ਤੋਂ ਫਰਕ ਵਾਲੇ ਹਨ। ਜਿਵੇਂ ਅਸਮਾਨ ਧਰਤੀ ਤੋਂ ਉੱਚਾ ਹੈ, ਤਿਵੇਂ ਹੀ ਮੇਰੇ ਵਿਚਾਰ ਅਤੇ ਮੇਰੇ ਰਾਹ ਤੁਹਾਡੇ ਤੋਂ ਵੱਖਰੇ ਹਨ। ਠੀਕ ਇਸੇ ਤਰ੍ਹਾਂ ਜੋ ਵਚਨ ਦੇ ਵਿੱਚ ਸੱਚਾਈਆਂ ਜ਼ਾਹਿਰ ਕੀਤੀਆਂ ਗਈਆਂ ਹਨ, ਜੋ ਪਵਿੱਤਰ ਬਾਈਬਲ ਦੇ ਵਿੱਚ ਸੱਚਾਈ ਸਾਨੂੰ ਦੱਸੀ ਗਈ ਹੈ, ਉਸ ਨੂੰ ਸਮਝਣਾ ਅਤੇ ਮੰਨ ਲੈਣਾ ਕਈ ਵਾਰੀ ਮਨੁੱਖੀ ਮਨ ਦੇ ਲਈ ਬਹੁਤ ਔਖਾ ਹੁੰਦਾ ਹੈ। ਇਹ ਇਸ ਲਈ ਵੀ ਹੈ ਕਿਉਂਕਿ ਇਹ ਕਿਤਾਬ ਜਿਸ ਨੂੰ ਅਸੀਂ ਪਵਿੱਤਰ ਬਾਈਬਲ ਕਹਿੰਦੇ ਹਾਂ, ਕੋਈ ਆਮ ਕਿਤਾਬ ਨਹੀਂ ਹੈ। ਇਹ ਕਿਤੇ ਇਸਰਾਇਲ ਦਾ ਇਤਿਹਾਸ ਨਹੀਂ ਹੈ, ਇਹ ਯੀਸ਼ੂ ਦੇ ਕੰਮਾਂ ਦਾ ਬਿਆਨ ਨਹੀਂ ਹੈ। ਇਸ ਤੋਂ ਕਿਤੇ ਵੱਧ ਕੇ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਵੇਖਦੇ ਹਾਂ, ਅਸੀਂ ਇਸ ਨੂੰ ਈਮਾਨ ਦੀ ਕਿਤਾਬ ਕਹਿ ਸਕਦੇ ਹਾਂ। ਜੇਕਰ ਇਹ ਈਮਾਨ ਦੀ ਕਿਤਾਬ ਹੈ, ਇਸ ਨੂੰ ਕੇਵਲ ਈਮਾਨ ਦੇ ਨਾਲ ਹੀ ਪੜ੍ਹਿਆ ਜਾਣਾ ਚਾਹੀਦਾ ਹੈ ਅਤੇ ਈਮਾਨ ਦੇ ਨਾਲ ਹੀ ਸਮਝਿਆ ਜਾਣਾ ਵੀ ਚਾਹੀਦਾ ਹੈ, ਕਿਉਂਕਿ ਪਰਮੇਸ਼ਵਰ ਦਾ ਵਚਨ ਖੁਦ ਕਹਿੰਦਾ ਹੈ, ਜਦੋਂ ਅਸੀਂ ਪੜ੍ਹਦੇ ਹਾਂ ਯਹੂਨਾ ਦੀ ਅੰਜੀਲ ਉਹਦਾ 20 ਬਾਬ ਉਹਦੀ 30 ਅਤੇ 31 ਆਇਤ, ਸੰਤ ਯਹੂਨਾ ਕਹਿੰਦੇ ਹਨ, ਪ੍ਰਭੂ ਯੀਸ਼ੂ ਮਸੀਹ ਨੇ ਬਹੁਤ ਸਾਰੇ ਕੰਮ ਕੀਤੇ, ਪਰ ਉਹ ਸਾਰੇ ਕੰਮ ਪਵਿੱਤਰ ਵਚਨ ਦੇ ਵਿੱਚ ਨਹੀਂ ਲਿਖੇ ਗਏ। ਪਰ ਉਹ ਲਿਖੇ ਗਏ ਹਨ ਜਿਨ੍ਹਾਂ ਲਈ ਜ਼ਰੂਰੀ ਹੈ ਕਿ ਤੁਸੀਂ ਈਮਾਨ ਕਰੋ ਅਤੇ ਈਮਾਨ ਕਰਨ ਦੇ ਦੁਆਰਾ ਤੁਸੀਂ ਅਨੰਤ ਜੀਵਨ ਪਾਓ। ਜੋ ਕੁਝ ਵੀ ਇਸ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ, ਪਵਿੱਤਰ ਵਚਨ ਦੇ ਵਿੱਚ ਲਿਖਿਆ ਗਿਆ ਹੈ, ਸਾਡੇ ਈਮਾਨ ਦੇ ਵਧਣ ਦੇ ਲਈ ਲਿਖਿਆ ਗਿਆ ਹੈ। ਇਸ ਕਰਕੇ ਇਸ ਨੂੰ ਪੜ੍ਹਨਾ ਵੀ ਈਮਾਨ ਦੇ ਵਧਣ ਦੇ ਲਈ ਚਾਹੀਦਾ ਹੈ। ਠੀਕ ਇਸੇ ਤਰ੍ਹਾਂ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ, ਰੋਮੀਆਂ ਦੇ ਨਾਮ ਪੱਤਰ ਉਹਦਾ ਪਹਿਲਾ ਬਾਬ ਉਹਦੀ 16 ਆਇਤ, ਸੰਤ ਪੌਲੁਸ ਕਹਿੰਦੇ ਹਨ, ਮੈਂ ਅੰਜੀਲ ਤੋਂ ਸ਼ਰਮਿੰਦਾ ਨਹੀਂ ਹੁੰਦਾ। ਇਹ ਈਮਾਨ ਰੱਖਣ ਵਾਲੇ ਹਰ ਇੱਕ ਵਿਅਕਤੀ ਦੇ ਲਈ ਖੁਦਾ ਦੀ ਮੁਕਤੀ ਅਤੇ ਖੁਦਾ ਦੀ ਸ਼ਕਤੀ ਹੈ। ਇਸ ਲਈ ਕਿਉਂਕਿ ਈਮਾਨ ਦੀ ਕਿਤਾਬ ਹੈ, ਇਸ ਨੂੰ ਕੇਵਲ ਈਮਾਨ ਦੇ ਨਾਲ ਹੀ ਪੜ੍ਹਿਆ ਜਾਣਾ ਚਾਹੀਦਾ ਹੈ ਅਤੇ ਈਮਾਨ ਦੇ ਨਾਲ ਹੀ ਸਮਝਿਆ ਜਾਣਾ ਚਾਹੀਦਾ ਹੈ। ਦੂਸਰੀ ਇੱਕ ਹੋਰ ਗੱਲ ਜੋ ਪਵਿੱਤਰ ਵਚਨ ਦੇ ਬਾਰੇ ਮੈਂ ਕਹਾਂਗਾ ਉਹ ਇਹ ਹੈ ਕਿ ਪਵਿੱਤਰ ਆਤਮਾ ਦੀ ਕਿਤਾਬ ਹੈ। ਇਸ ਦਾ ਮਤਲਬ ਹੈ ਕਿ ਇਸ ਨੂੰ ਲਿਖਣ ਵਾਲਾ ਲੇਖਕ ਕੋਈ ਇਨਸਾਨ ਨਹੀਂ ਹੈ। ਜੋ ਕੁਝ ਵੀ ਮਨੁੱਖਾਂ ਦੇ ਦੁਆਰਾ ਪਵਿੱਤਰ ਵਚਨ ਦੇ ਵਿੱਚ ਲਿਖਿਆ ਗਿਆ, ਉਹ ਸਭ ਕੁਝ ਪਵਿੱਤਰ ਆਤਮਾ ਦੇ ਦੁਆਰਾ ਪ੍ਰੇਰਿਤ ਸੀ ਅਤੇ ਕੇਵਲ ਉਹੀ ਚੀਜ਼ਾਂ ਪਵਿੱਤਰ ਵਚਨ 'ਚ ਲਿਖੀਆਂ ਗਈਆਂ ਜੋ ਪਵਿੱਤਰ ਆਤਮਾ ਨੇ ਚਾਹੀਆਂ। ਇਸ ਕਰਕੇ ਇਹਨੂੰ ਪੜ੍ਹਨ ਵਾਲਾ ਵੀ ਜਦੋਂ ਇਸ ਨੂੰ ਪੜ੍ਹਦਾ ਹੈ, ਇਹਦੀ ਵਿਆਖਿਆ ਕਰਦਾ ਹੈ, ਉਹਦੇ ਲਈ ਵੀ ਜ਼ਰੂਰੀ ਹੈ ਕਿ ਪਵਿੱਤਰ ਆਤਮਾ ਤੋਂ ਇਹ ਸ਼ਕਤੀ ਮੰਗੇ ਕਿ ਮੈਂ ਇਸ ਵਚਨ ਨੂੰ ਸਮਝ ਸਕਾਂ। ਹਲੀਮੀ ਦੇ ਵਿੱਚ, ਇਮਾਨਦਾਰੀ ਦੇ ਵਿੱਚ ਖੁਦਾ ਦੇ ਅੱਗੇ ਇਹ ਪ੍ਰਾਰਥਨਾ ਕਰਦੇ ਕਿ ਪਵਿੱਤਰ ਵਚਨ ਸਮਝਣ ਦਾ ਆਤਮਾ ਮੈਨੂੰ ਮਿਲ ਜਾਵੇ, ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਕਹਿਣਾ ਚਾਹਾਂਗਾ, ਜੋ ਵੀ ਵਚਨ ਦੇ ਵਿੱਚ ਲਿਖਿਆ ਗਿਆ ਹੈ ਉਸ ਦੀ ਵਿਆਖਿਆ ਕਰਨਾ, ਉਸ ਦਾ ਵਰਣਨ ਕਰਨਾ, ਉਸ ਦਾ ਵਿਸ਼ਲੇਸ਼ਣ ਕਰਨਾ, ਇਹ ਅਧਿਕਾਰ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਰਸੂਲਾਂ ਨੂੰ ਦਿੱਤਾ ਸੀ। ਜਿਸ ਸਮੇਂ ਪ੍ਰਭੂ ਯੀਸ਼ੂ ਨੇ ਆਪਣੇ ਰਸੂਲਾਂ ਨੂੰ ਆਪਣੇ ਜੀ ਉੱਠਣ ਤੋਂ ਬਾਅਦ ਇਹ ਗੱਲ ਆਖੀ, ਸੰਤ ਮੱਤੀ ਦੀ ਅੰਜੀਲ ਉਹਦਾ 28 ਬਾਬ ਉਹਦੀ 20 ਆਇਤ, ਉਹਨਾਂ ਸਾਰਿਆਂ ਨੂੰ ਉਹ ਸਭ ਗੱਲਾਂ ਦੀ ਪਾਲਣਾ ਕਰਨੀ ਸਿਖਾਓ ਜਿਨ੍ਹਾਂ ਦੀ ਮੈਂ ਤੁਹਾਨੂੰ ਆਗਿਆ ਦਿੱਤੀ ਹੈ। ਜਾਨੀ ਪਵਿੱਤਰ ਵਚਨ ਦਾ ਵਰਣਨ ਕਰਨਾ, ਇਹਦੀ ਵਿਆਖਿਆ ਕਰਨੀ, ਇਹਦਾ ਵਿਸ਼ਲੇਸ਼ਣ ਕਰਨਾ, ਇਹ ਅਧਿਕਾਰ ਯੀਸ਼ੂ ਨੇ ਕਲੀਸਿਆ ਨੂੰ ਅਤੇ ਰਸੂਲਾਂ ਨੂੰ ਦਿੱਤਾ। ਇਸ ਲਈ ਸਭ ਮਨੁੱਖ, ਭਾਵੇਂ ਤੁਹਾਡੇ ਕੋਲ ਪਵਿੱਤਰ ਬਾਈਬਲ ਹੈ, ਤੁਸੀਂ ਇਸ ਨੂੰ ਰੋਜ਼ ਪੜ੍ਹਦੇ ਹੋ,
ਪਰ ਅਜਿਹਾ ਬਹੁਤ ਸਾਰੀਆਂ ਸੱਚਾਈਆਂ ਹਨ ਜਿਸ ਨੂੰ ਸਮਝਣ ਦੇ ਲਈ ਤੁਹਾਨੂੰ ਰੂਪਾਕ ਤੋਂ ਮਦਦ ਮੰਗਣੀ ਚਾਹੀਦੀ ਹੈ। ਅਤੇ ਜੇਕਰ ਤੁਹਾਡੇ ਮਨ 'ਚ ਕੋਈ ਗਲਤਫਹਿਮੀ ਹੋਵੇ, ਕੋਈ ਸਵਾਲ, ਕੋਈ ਸ਼ੱਕ ਹੋਵੇ, ਜ਼ਰੂਰੀ ਹੈ ਤੁਸੀਂ ਕਲੀਸਿਆ ਦੇ ਆਗੂਆਂ ਦੇ ਕੋਲੋਂ ਇਸ ਦੇ ਪ੍ਰਤੀ ਇਹਦੀ ਵਿਆਖਿਆ ਜਾਂ ਇਹਦਾ ਵਰਣਨ ਸਿੱਖੋ। ਅੱਜ ਦੇ ਪਹਿਲੇ ਪਾਠ ਵਿੱਚ ਵੇਖਦੇ ਹਾਂ ਜਦੋਂ ਖਵਾਜਾ ਜਦੋਂ ਵਚਨ ਪੜ੍ਹ ਰਿਹਾ ਸੀ, ਸਮਝ ਨਹੀਂ ਰਿਹਾ ਸੀ, ਉਹ ਫਿਲਿਪਸ ਨੂੰ ਕਹਿੰਦਾ ਹੈ ਜਦੋਂ ਤੱਕ ਮੈਨੂੰ ਕੋਈ ਸਿਖਾਵੇ ਨਾ ਮੈਂ ਕਿਵੇਂ ਸਿੱਖਾਂ, ਜਦੋਂ ਤੱਕ ਮੈਨੂੰ ਕੋਈ ਸਮਝਾਵੇ ਨਾ ਕਿਵੇਂ ਸਮਝਾਂ। ਠੀਕ ਇਸ ਤਰ੍ਹਾਂ ਦੀ ਹਲੀਮੀ ਸਾਡੇ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਹੈ। ਖੁਦਾ ਦਾ ਵਚਨ ਪਵਿੱਤਰ ਵਚਨ ਹੈ। ਪਰਮੇਸ਼ਵਰ ਨੇ ਤੁਹਾਨੂੰ ਅਧਿਕਾਰ ਨਹੀਂ ਦਿੱਤਾ ਇਸ ਦਾ ਵਿਆਖਿਆ ਕਰਨ ਦਾ, ਇਸ ਦਾ ਵਿਸ਼ਲੇਸ਼ਣ ਕਰਨ ਦਾ। ਇਸ ਕਰਕੇ ਪੂਰਨ ਹਲੀਮੀ ਦੇ ਵਿੱਚ ਤੁਸੀਂ ਇਹ ਕਹਿਣਾ ਹੈ ਕਿ ਮੈਂ ਸਿੱਖਣ ਲਈ ਤਿਆਰ ਹਾਂ, ਪਰਮੇਸ਼ਵਰ ਮੈਨੂੰ ਸਿਖਾਵੇ। ਮੈਂ ਸਮਝਣ ਲਈ ਤਿਆਰ ਹਾਂ, ਪਵਿੱਤਰ ਆਤਮਾ ਮੈਨੂੰ ਸਮਝਾਵੇ। ਅਤੇ ਜੇਕਰ ਤੁਸੀਂ ਇਹੋ ਜਿਹੀ ਹਲੀਮੀ ਦੇ ਵਿੱਚ ਪਵਿੱਤਰ ਵਚਨ ਫੜ ਕੇ ਪੜ੍ਹਨਾ ਸ਼ੁਰੂ ਕਰੋਗੇ, ਪਰਮੇਸ਼ਵਰ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਮਨ ਦੇ ਵਿੱਚ ਬਹੁਤ ਵੱਡੇ ਸੱਚਾਈਆਂ ਨੂੰ ਜ਼ਾਹਿਰ ਕਰੇਗਾ। ਮੈਂ ਇਹੋ ਜਿਹੇ ਲੋਕਾਂ ਨੂੰ ਵੀ ਦੇਖਿਆ ਹੈ ਜਿਹੜੇ ਬਿਲਕੁਲ ਅਨਪੜ੍ਹ ਹਨ, ਜਾਣਦੇ ਨਹੀਂ ਕਿਵੇਂ ਪੜ੍ਹਨਾ ਹੈ, ਪੰਜਾਬੀ ਪੜ੍ਹਨੀ ਨਹੀਂ ਜਾਣਦੇ, ਪਰ ਉਹਨਾਂ ਦੇ ਮਨ ਦੇ ਵਿੱਚ ਪਵਿੱਤਰ ਵਚਨ ਪੜ੍ਹਨ ਦੇ ਲਈ ਅਤੇ ਸਮਝਣ ਦੇ ਲਈ ਬਹੁਤ ਵੱਡੀ ਚਾਹ ਸੀ। ਅਤੇ ਜਦੋਂ ਇਸ ਮਕਸਦ ਨੂੰ ਰੱਖ ਕੇ ਉਹਨਾਂ ਨੇ ਪ੍ਰਾਰਥਨਾਵਾਂ ਕੀਤੀਆਂ, ਪਰਮੇਸ਼ਵਰ ਨੇ ਉਹਨਾਂ ਨੂੰ ਵਚਨ ਪੜ੍ਹਨ ਦਾ ਵਰਦਾਨ ਦਿੱਤਾ। ਪੰਜਾਬੀ ਨਹੀਂ ਪੜ੍ਹ ਸਕਦੇ, ਪਰ ਜਦੋਂ ਬਾਈਬਲ ਖੋਲ੍ਹਦੇ ਹਨ, ਵਚਨ ਪੜ੍ਹਦੇ ਹਨ, ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਸਮਝਾਉਂਦਾ ਹੈ। ਇਹੀ ਗੱਲ ਹੈ ਜੋ ਅਸੀਂ ਵਚਨ ਵਿੱਚ ਪੜ੍ਹਦੇ ਹਾਂ, ਉਹ ਜਿਹੜਾ ਸਿੱਖਣ ਦੇ ਲਈ ਤਿਆਰ ਹੈ, ਪਰਮੇਸ਼ਵਰ ਉਹਨੂੰ ਸਿਖਾਵੇਗਾ। ਠੀਕ ਇਸੇ ਤਰ੍ਹਾਂ ਅੱਜ ਦੀ ਅੰਜੀਲ ਦੇ ਵਿੱਚ ਅਸੀਂ ਵੇਖਦੇ ਹਾਂ, ਉਹ ਸਾਰੇ ਖੁਦਾ ਤੋਂ ਸਿੱਖਿਆ ਪਾਉਣਗੇ, ਯਿਸੂ ਆਪ ਕਹਿੰਦਾ ਹੈ। ਮਸੀਹ ਦੇ ਵਿੱਚ ਪਿਆਰੋ, ਅਜਿਹੀਆਂ ਸੱਚਾਈਆਂ ਜੋ ਕਲੀਸਿਆ ਨਾ ਕੇਵਲ ਪਵਿੱਤਰ ਵਚਨ ਦੇ ਵਿੱਚੋਂ ਸਾਨੂੰ ਸਿਖਾਉਂਦੀ, ਔਰ ਰਿਵਾਇਤ ਦੇ ਤੌਰ ਤੇ ਸਾਨੂੰ ਸੌਂਪੀ ਗਈ ਹੈ। ਪਵਿੱਤਰ ਪਾਕ ਮਾਸ ਦੀ ਕੁਰਬਾਨੀ ਅਤੇ ਇਸ ਤੋਂ ਇਲਾਵਾ ਬਾਕੀ ਦੇ ਸਾਰੇ ਸਾਕਰਾਮੈਂਟ ਜਿਹੜੇ ਹਨ, ਉਹ ਅਜਿਹੀਆਂ ਰਿਵਾਇਤਾਂ ਹਨ ਜੋ ਪਰਮੇਸ਼ਵਰ ਨੇ ਵਚਨ ਦੇ ਵਿੱਚੋਂ ਕਲੀਸਿਆ ਨੂੰ ਜ਼ਿੰਮੇਵਾਰ ਦਿੱਤੀ ਕਿ ਤੁਸੀਂ ਦੂਜਿਆਂ ਨੂੰ ਸਿਖਾਓ। ਇਹੀ ਕਾਰਨ ਹੈ ਪਹਿਲਾ ਕੁਰਿੰਥੀਅਸ ਉਹਦਾ 11 ਬਾਬ ਦੇ ਵਿੱਚ ਸੰਤ ਪੌਲਸ ਕਹਿੰਦਾ ਹੈ, ਉਹ ਰਿਵਾਇਤ ਜੋ ਮੈਨੂੰ ਮਸੀਹ ਤੋਂ ਮਿਲੀ ਹੈ। ਸੋ ਇਹ ਸਾਕਰਾਮੈਂਟ ਜਿਹੜੇ ਹਨ ਸਾਨੂੰ ਮਸੀਹ ਤੋਂ ਮਿਲੇ ਹਨ, ਅਤੇ ਕਲੀਸਿਆ ਸਿਖਾਉਂਦੀ ਹੈ ਕਿ ਸਾਰੇ ਸਾਕਰਾਮੈਂਟ ਪਵਿੱਤਰ ਵਚਨ ਦੇ ਵਿੱਚੋਂ ਹਨ, ਸਾਡੇ ਈਮਾਨ ਦੇ ਲਈ ਹਨ, ਸਾਡੀ ਅਨੰਤ ਜ਼ਿੰਦਗੀ ਦੇ ਲਈ ਹਨ। ਇਸ ਗੱਲ ਨੂੰ ਸਮਝਣਾ ਹੈ ਅਤੇ ਅਪਣਾਉਣਾ ਹੈ। ਅਤੇ ਇਸ ਹਲੀਮੀ ਦੇ ਵਿੱਚ ਜਦੋਂ ਤੁਸੀਂ ਸਾਕਰਾਮੈਂਟਾਂ ਨੂੰ ਅਤੇ ਪਵਿੱਤਰ ਵਚਨ ਨੂੰ ਆਪਣੀ ਜ਼ਿੰਦਗੀ 'ਚ ਜਗ੍ਹਾ ਦੇਵੋਗੇ, ਪਰਮੇਸ਼ਵਰ ਤੁਹਾਡੀ ਜ਼ਿੰਦਗੀ ਨੂੰ ਈਮਾਨ ਦੀ ਜ਼ਿੰਦਗੀ ਬਣਾ ਦੇਵੇਗਾ। ਅਤੇ ਤੁਹਾਡੀ ਜੋ ਯਾਤਰਾ ਹੈ, ਈਮਾਨ ਦੇ ਵੱਲ ਜੋ ਤੁਹਾਡੀ ਯਾਤਰਾ ਹੈ, ਅਨੰਤ ਜੀਵਨ ਦੇ ਵੱਲ ਤੁਹਾਡੀ ਜੋ ਯਾਤਰਾ ਹੈ, ਉਹਦੇ ਵਿੱਚ ਤੁਹਾਡੀ ਸੱਚਮੁੱਚ ਅਗਵਾਈ ਕਰੇਗਾ। ਅੱਜ ਦੇ ਪਵਿੱਤਰ ਵਚਨ ਦੇ ਵਿੱਚ ਯਿਸੂ ਕਹਿੰਦੇ ਹਨ, ਮੈਂ ਸਵਰਗ ਤੋਂ ਉਤਰੀ ਜੀਵਨ ਦੀ ਰੋਟੀ ਹਾਂ, ਜੋ ਮੈਨੂੰ ਖਾਂਦਾ ਹੈ ਉਹ ਅਨੰਤ ਜੀਵਨ ਪਾਉਂਦਾ ਹੈ। ਬਹੁਤ ਵਾਰੀ ਅਸੀਂ ਕਲੀਸਿਆ ਦੀ ਇਸ ਸਿੱਖਿਆ ਜੋ ਯਿਸੂ ਨੇ ਵਚਨ ਦੇ ਰਾਹੀਂ ਸਾਨੂੰ ਦਿੱਤੀ, ਅਤੇ ਅਸੀਂ ਵੀ ਉਸ ਸਿੱਖਿਆ ਦੇ ਅਨੁਸਾਰ ਚੱਲਦੇ ਹੋਏ ਪਾਕ ਮਾਸ ਦੀ ਕੁਰਬਾਨੀ ਹਮੇਸ਼ਾ ਮਨਾਉਂਦੇ ਹਾਂ। ਇਸ ਪਾਕ ਮਾਸ ਦੀ ਕੁਰਬਾਨੀ ਦੇ ਵਿੱਚੋਂ ਯਿਸੂ ਦੇ ਸਰੀਰ ਨੂੰ, ਯਿਸੂ ਦੇ ਬਦਨ ਅਤੇ ਲਹੂ ਨੂੰ ਆਪਣੇ ਜੀਵਨ ਦੇ ਲਈ ਹਾਸਿਲ ਕਰ ਲੈਣਾ, ਉਸ ਨੂੰ ਆਪਣੀ ਜ਼ਿੰਦਗੀ 'ਚ ਜਗ੍ਹਾ ਦੇਣਾ, ਇਹ ਪ੍ਰਭੂ ਯਿਸੂ ਤੁਹਾਡੇ ਸਾਰਿਆਂ ਤੋਂ ਚਾਹੁੰਦਾ ਹੈ। ਯਿਸੂ ਚਾਹੁੰਦਾ ਹੈ ਜਦੋਂ ਤੁਸੀਂ ਇਸ ਅਲਤਾਰ ਦੇ ਵਿੱਚੋਂ ਪਾਕ ਰੋਟੀ ਖਾਵੋ, ਪਾਕ ਪਿਆਲੇ ਵਿੱਚੋਂ ਪੀਵੋ, ਤੁਸੀਂ ਈਮਾਨ ਦੀ ਜ਼ਿੰਦਗੀ ਦੇ ਸਾਂਝੇਦਾਰ ਹੋਵੋ, ਤਾਂ ਜੋ ਤੁਸੀਂ ਮੌਤ ਤੋਂ ਬਾਅਦ ਅਨੰਤ ਜੀਵਨ ਦੇ ਵੱਲ ਲੰਘੋ, ਤਾਂ ਪਰਮੇਸ਼ਵਰ ਤੁਹਾਨੂੰ ਆਪਣੀ ਅਨੰਤ ਦੀ ਜ਼ਿੰਦਗੀ ਦੇ ਵੀ ਭਾਗੀ ਬਣਾ ਦੇਵੇ। ਆਓ ਅਸੀਂ ਇਹਨਾਂ ਪਵਿੱਤਰ ਵਚਨਾਂ ਦੇ ਵਿੱਚੋਂ, ਇਸ ਪਾਕ ਮਾਸ ਦੀ ਕੁਰਬਾਨੀ ਵਿੱਚੋਂ ਇਹ ਸਿੱਖ ਲਈਏ ਕਿ ਪਰਮੇਸ਼ਵਰ ਮੇਰੀ ਕਿੰਨੀ ਦੇਖਭਾਲ ਕਰਦਾ ਹੈ। ਪਵਿੱਤਰ ਵਚਨ ਦੇ ਦੁਆਰਾ ਅਤੇ ਪਾਕ ਮਾਸ ਦੀ ਕੁਰਬਾਨੀ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਾਹਮਣੇ ਖੋਲ ਦਈਏ। ਖੁਦਾ ਸਾਨੂੰ ਆਪਣੀ ਬਰਕਤ ਦੇਵੇ। ਆਮੀਨ। मेरे प्यारे प्रभु जी, करियो कबूल दान मेरा, तुसी करियो कबूल दान मेरा। मेरे प्यारे प्रभु जी, करियो कबूल दान मेरा, तुसी करियो कबूल दान मेरा।
ਲਿਆਇਆ ਹਾਂ ਪਿਆਰ ਆਪਣਾ ਰੋਟੀ ਦੇ ਰੂਪ ਵਿੱਚ, ਲਿਆਇਆ ਹਾਂ ਪਿਆਰ ਆਪਣਾ ਰੋਟੀ ਦੇ ਰੂਪ ਵਿੱਚ। ਆਤਮ ਸਮਰਪਣ ਮੇਰਾ ਦਾਖਸ ਦੇ ਰੂਪ ਵਿੱਚ, ਆਤਮ ਸਮਰਪਣ ਮੇਰਾ ਦਾਖਸ ਦੇ ਰੂਪ ਵਿੱਚ। ਮੇਰੀ ਮਿਹਨਤ ਦੀ ਕਮਾਈ, मेरी मेहनत की कमाई, मेरे प्यारे प्रभु जी करियो कबूल दान मेरा, तुसी करियो कबूल दान मेरा। मेरे प्यारे प्रभु जी करियो कबूल दान मेरा, तुसी करियो कबूल दान मेरा, तुसी करियो कबूल दान मेरा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਵਡਿਆਈ ਲਈ, ਨਾਲੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੀ ਭਲੀ ਲਈ ਕਬੂਲ ਕਰੇ। ਐ ਖੁਦਾ, ਇਸ ਕੁਰਬਾਨੀ ਦੇ ਅਚਰਜ ਭੇਦਾਂ ਦੇ ਰਾਹੀਂ ਤੂੰ ਸਾਨੂੰ ਆਪਣੇ ਖੁਦਾਈ ਸੁਭਾਅ ਵਿੱਚ ਹਿੱਸੇਦਾਰ ਬਣਾ ਦਿੱਤਾ ਹੈ। ਬਖਸ਼ ਦੇ ਕਿ ਅਸੀਂ ਜੋ ਤੇਰੀ ਸੱਚਾਈ ਨੂੰ ਜਾਣ ਚੁੱਕੇ ਹਾਂ, ਲਾਇਕ ਜੀਵਨ ਗੁਜ਼ਾਰਨ ਦੇ ਰਾਹੀਂ ਉਸ ਸੱਚਾਈ ਨੂੰ ਆਪਣਾ ਬਣਾ ਸਕੀਏ, ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੀਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ, ਨਵੇਂ ਅਤੇ ਸਦੀਵੀ ਜੀਵਨ ਵੱਲ ਜੀ ਉੱਠਦੇ ਹੋਏ ਉਸਨੇ ਸਾਨੂੰ ਚਾਨਣ ਦੇ ਧੀਆਂ ਪੁੱਤਰ ਬਣਾ ਦਿੱਤਾ ਹੈ। ਆਪਣੇ ਵਫਾਦਾਰ ਇਮਾਨਦਾਰਾਂ ਨੂੰ ਕਬੂਲ ਕਰਨ ਲਈ ਉਸਨੇ ਸਵਰਗ ਦੇ ਬੂਹੇ ਖੋਲ੍ਹ ਦਿੱਤੇ ਹਨ। ਉਸ ਦੀ ਮੌਤ ਸਾਡੇ ਲਈ ਮੌਤ ਤੋਂ ਰਿਹਾਈ ਦੀ ਕੀਮਤ ਹੈ ਅਤੇ ਉਸ ਦਾ ਜੀ ਉੱਠਣਾ ਸਾਡੇ ਜੀਵਨ ਲਈ ਮੁੜ ਬਹਾਲੀ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੀ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੀ ਜਲਾਲ ਨਾਲ ਭਰਪੂਰ ਹਨ। ਉਚਾਈਆਂ ਦੇ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਦੇ ਵਿੱਚ ਹੋਸਾਨਾ। ਐ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਅਤੇ ਰੂਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜ੍ਹਾਈ ਜਾਵੇ। ਇਸ ਲਈ ਐ ਪ੍ਰਭੂ, ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਹੈ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ।
ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਹੈ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਸ ਲਈ ਐ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ, ਉਸ ਤੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੀ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਦੇ ਨਾਲ ਰਜਾਏ ਹੋਏ ਅਤੇ ਉਸ ਦੇ ਰੂਪਾਕ ਦੇ ਨਾਲ ਭਰਪੂਰ ਹੋ ਕੇ ਮਸੀਹ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਨਾਲ, ਤੇਜਸਵੀ ਸ਼ਹੀਦਾਂ ਨਾਲ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੇ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪ ਫ੍ਰੈਂਕੋ, ਬਿਸ਼ਪ ਐਗਨੈਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਨਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਬਾਪ ਦੇ ਪਿਆਰ ਉੱਤੇ ਭਰੋਸਾ ਰੱਖਦੇ ਹੋਏ ਆਓ ਅਸੀਂ ਸਾਰੇ ਮਿਲ ਕੇ ਉਹੀ ਪ੍ਰਾਰਥਨਾ ਕਰਾਂਗੇ ਜੋ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਿਆਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ
ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯੀਸ਼ੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत ते जलाल युगो युग तेरा ही है। ਐ ਪ੍ਰਭੂ ਯੀਸ਼ੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। आमीन। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ। अति तुहाडी रूह नाल भी होवे। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ऐ लीली खुदा दे, तू जिहड़ा दुनिया दे गुनाह चुक लैंदा है, साडे उत्ते दया कर। ऐ लीली खुदा दे, तू जिहड़ा दुनिया दे गुनाह चुक लैंदा है, साडे उत्ते दया कर। ऐ लीली खुदा दे, तू जिहड़ा दुनिया दे गुनाह चुक लैंदा है, सानू शांति दे। ਦੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜੋ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਉਹ ਲੋਕ ਹਨ ਜੇ ਲੀਲੇ ਦੇ ਭੋਜ ਲਈ ਸੱਦੇ ਗਏ ਹਾਂ। ऐ प्रभु, मैं इस योग तो नहीं हाँ, पर तू मेरी शर्त थले आवे, पर एक ही शब्द आग, तां मेरी रूह चंगी हो जावेगी। ਮਸੀਹ ਦਾ ਪਰੰਤ ਲਹੂ ਸਾਨੂੰ ਸਦੀਵੀ ਜੀਵਨ ਤੱਕ ਸੰਭਾਲੀ ਰੱਖੇ। ਆਮੀਨ। हयात नाल तू सानू प्यार दे। आबे हयात नाल तू सानू प्यार दे। रोटी तू जिंदगी दी यीशु कुवाली दी। रोटी तू जिंदगी दी यीशु कुवाली दी। पापा दे नाल हो गए गंदे पलीत मन। पापा दे नाल हो गए गंदे पलीत मन। उन्हां अपने खून विच यीशु ने हार दे। उन्हां अपने खून विच यीशु ने हार दे। रोटी तू जिंदगी दी यीशु कुवाल दे। रोटी तू जिंदगी दी यीशु कुवाल दे। यीशु कुवाल दे। यीशु कुवाल दे। ਅਸੀਂ ਪ੍ਰਾਰਥਨਾ ਕਰੀਏ।
ਐ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਲੋਕਾਂ ਉੱਤੇ ਮਿਹਰ ਕਰਕੇ ਉਹਨਾਂ ਨੂੰ ਆਪਣੀ ਹਜ਼ੂਰੀ ਦੀ ਬਰਕਤ ਦੇ, ਜਿਨ੍ਹਾਂ ਨੂੰ ਤੂੰ ਸਵਰਗੀ ਭੇਦਾਂ ਦਾ ਵਰਦਾਨ ਦਿੱਤਾ ਹੈ। ਉਹਨਾਂ ਨੂੰ ਇਨਸਾਨੀ ਕਮਜ਼ੋਰੀ ਦੇ ਰਾਹ ਤੋਂ ਜੀ ਉੱਠੇ ਪ੍ਰਭੂ ਯੀਸ਼ੂ ਮਸੀਹ ਵਿੱਚ ਨਵੀਂ ਜ਼ਿੰਦਗੀ ਵਿੱਚ ਦਾਖਲ ਹੋਣ ਦਾ ਫਜ਼ਲ ਦੇ। ਉਹ ਜੋ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਹਾਂ, ਤੇਰੀ ਮਦਦ ਚਾਹੁੰਦੇ ਹਾਂ, ਤੇਰੀ ਸਿਫਾਰਿਸ਼ ਮੰਗਦੇ ਹਾਂ, ਤੈਥੋਂ ਖਾਲੀ ਗਿਆ ਹੋਵੇ। ਹੈ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦੀ ਹਾਂ ਅਤੇ ਤੇਰੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਬੇਤਾਰੀ ਹੋਈ ਕਲਾਮ ਦੀ ਮਾਂ, ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। हालेलुया बोलो यीशु जिंदा हो गया, हालेलुया बोलो यीशु जिंदा हो गया। कुल दुनिया दी नजात दा दहिंदा हो गया, कुल दुनिया दी नजात दा दहिंदा हो गया। पापा तो बचाउण यीशु आया जग ते, पापा तो बचाउण यीशु आया जग ते आन के उठाए इसने पाप सबने, आन के उठाए इसने पाप सबने। हालेलुया बोलो यीशु जिंदा हो गया, हालेलुया बोलो यीशु जिंदा हो गया। कुल दुनिया दी नजात दा दहिंदा हो गया, कुल दुनिया दी नजात